ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਿਹਦੇ ਨਾਲ ਸੰਤ ਪਦ ਜੁੜ ਜਾਵੇ, ਸੰਤ ਅੱਖਰ ਸ਼ਬਦ ਜੁੜ ਗਿਆ, ਸੰਤ ਦਾ ਮਤਲਬ ਹੈ ਸੀਤਾ ਹੋਇਆ, ਜੋੜਿਆ ਹੋਇਆ, ਅਕਾਲ ਪੁਰਖ ਦਾ ਰੂਪ। ਸੋ ਜਿਹੋ ਜਿਹੇ ਗੁਣ ਉਸ ਪਰਮੇਸ਼ਰ 'ਚ ਆ, ਉਹੋ ਜਿਹੇ ਗੁਣ ਜਿਹੜੇ ਆ ਉਹ ਸੰਤ 'ਚ ਹੁੰਦੇ ਆ। ਇਸ ਤਰ੍ਹਾਂ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਸੀ, ਜਦੋਂ ਆਪਣੇ ਗੁਰੂ ਰਾਮ ਸਿੰਘ ਜੀ ਜਿਹੜੇ ਸੂਸਾਂ ਵਾਲੇ ਮਹਾਂਪੁਰਖ ਉਹਨਾਂ ਟਾਈਮਾਂ 'ਚ ਹੁੰਦੇ ਸੀ, ਜਦ ਪਹਿਲੀ ਵਾਰ ਉਹਨਾਂ ਦੀ ਸੰਗਤ ਦੇ ਵਿੱਚ ਸੇਵਾ ਦੇ ਵਿੱਚ ਆਏ ਸੀ ਅਤੇ ਇਹਨਾਂ ਤੋਂ ਬਹੁਤ ਵਿੱਦਿਆ ਗ੍ਰਹਿਣ ਕੀਤੀ ਸੀ। ਇੱਥੇ ਹੀ ਨਾ ਬਾਬਾ ਮਹਾ ਹਰਨਾਮ ਸਿੰਘ ਜਿਹੜੇ ਸੀਗੇ ਕਿਤੇ ਕਿਤੇ ਬੜੀ ਸੁੰਦਰ ਕਵਿਤਾ ਲਿਖ ਦਿੰਦੇ ਹੁੰਦੇ ਸੀ। ਇੱਕ ਵਾਰ ਉਹਨਾਂ ਨੇ ਇੱਕ ਸਵਈਆ ਜਿਹੜੇ ਸੀ ਉਹ ਲਿਖੇ। ਇਹ ਜਿਹੜਾ ਸਵਈਆ ਬਾਬਾ ਰਾਮ ਸਿੰਘ ਉਹਨਾਂ ਦੀ ਉਸਤਤੀ ਸਿਫਤ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਉਹਨਾਂ ਨੇ ਲਿਖਿਆ ਹੈਗਾ। ਸੋ ਦਾਸ ਹੂ ਇਸੇ ਸਵਈਏ ਦੀ ਜਿਹੜਾ ਉਚਾਰਨਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਬਾਬਾ ਮਹਾ ਹਰਨਾਮ ਸਿੰਘ ਲਿਖਦੇ ਆ, ਰਾਮ ਮਰਗਿੰਦ ਮਹਾ ਧਨ ਸੁੰਦਰ, ਜੈ ਪਿਖੇ ਸਭ ਹੀ ਦੁਖ ਭਾਜੇ, ਦਾਮਨ ਸੀ ਦੂਤੀ ਸੋਹਤ ਹੈ, ਅਰ ਕੰਚਨ ਸੇ ਸ਼ੁਭਹੈਨ ਬਿਰਾਜੇ, ਚੰਦ ਸਮਾਨ ਸੁਭਾਲ ਲਮੇ, ਅਰ ਚਾਲ ਮਰਗਿੰਦੇ ਮਹਾ ਸ਼ਿਵ ਸਾਜੇ, ਹਰ ਨਾਮ ਮਰਗਿੰਦ ਕਰੇ ਪਦ ਵੰਦਨ, ਆਜ ਕਰੇ ਹਮਰੇ ਸ਼ੁਭ ਕਾਜੇ। ਦੇਖੋ ਕਿੱਡੀ ਕਲਮ ਜਿਹੜੀ ਆ ਭਾਰੀ ਆ ਬਾਬਾ ਮਹਾ ਹਰਨਾਮ ਸਿੰਘ ਦੀ। ਇਸ ਤਰ੍ਹਾਂ ਜਿੱਥੇ ਬਾਬਾ ਜੀ ਸਵਈਏ ਲਿਖਦੇ ਆ, ਉੱਥੇ ਕਵਿਤ ਵੀ ਲਿਖਦੇ ਸੀਗੇ। ਇਸ ਤਰ੍ਹਾਂ ਅਗਰ ਕੋਈ ਸੰਗਤ ਵੀ ਆਉਂਦੀ ਸੀ, ਕਿਤੇ ਕਿਤੇ ਜਦ ਮੌਜ 'ਚ ਆਉਂਦੇ ਸੀ, ਕਈਆਂ ਪ੍ਰੇਮੀਆਂ ਦੇ ਨਾਲ ਕਵਿਤਾ ਦੇ ਰੂਪ ਦੇ ਵਿੱਚ ਵੀ ਵਚਨ ਕਰ ਲੈਂਦੇ ਸੀ ਬਾਬਾ ਮਹਾ ਹਰਨਾਮ ਸਿੰਘ ਹੁਣੀ। ਐਸੇ ਉਹਨਾਂ ਦੇ ਵਿੱਚ ਜਿਹੜੀਆਂ ਆਪਣੀਆਂ ਕਲਾ ਛੁਪਾ ਕੇ ਰੱਖੀਆਂ ਸੀ ਨਾ, ਕਿਤੇ ਕਿਤੇ ਮੌਜ ਦੇ ਵਿੱਚ ਆ ਕੇ ਸੰਗਤ ਨਾਲ ਪ੍ਰਗਟ ਕਰ ਦਿੰਦੇ ਸੀ। ਸੋ ਇਹਨਾਂ ਇਸੇ ਹੀ ਕਵਿਤਾਵਾਂ ਦੇ ਵਿੱਚੋਂ ਇੱਕ ਜਿਹੜਾ ਸਵਈਆ ਸੀ, ਉਦਾਸ ਨੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕੀਤਾ ਹੈਗਾ। ਸੋ ਇਸ ਤਰ੍ਹਾਂ ਬਾਬਾ ਮਹਾ ਹਰਨਾਮ ਸਿੰਘ ਦੀ ਜਿਹੜੀ ਸਰਬ ਵਿਆਪਕਤਾ ਹੈਗੀ, ਇਸ ਦੀਆਂ ਵੀ ਬਹੁਤ ਸਾਰੀਆਂ ਕਥਾਵਾਂ ਜਿਹੜੀਆਂ ਆਮ ਸੰਗਤ ਦੇ ਵਿੱਚ ਸੁਣਨ ਦੇ ਵਿੱਚ ਮਿਲਦੀਆਂ ਹੈਗੀਆਂ ਕਿ ਜਿਹੜੇ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਸੀ, ਉਹ ਆਪਣੇ ਟਾਈਮ ਦੇ ਵਿੱਚ ਸਰਵੱਗ ਹੋਏ ਆ। ਇਸੇ ਤਰ੍ਹਾਂ ਇੱਕ ਭਾਈ ਵੀਰ ਸਿੰਘ ਹੋਏ ਆ, ਜਿਹੜੇ ਭਾਈ ਵੀਰ ਸਿੰਘ ਮਾਣਵਾ, ਇਹ ਪੁੱਚੋ ਕਲਾਂ ਦੇ ਸੀਗੇ। ਇਹਨਾਂ ਨੇ ਵੀ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਹੁਣਾਂ ਦੀ ਜਿਹੜੀ ਸੀ ਉਹ ਬੜੀ ਸਿਫਤ ਅਤੇ ਬੜੇ ਕੌਤਕ ਸੁਣੇ ਸੀ, ਪਰ ਮਨ ਦੇ ਵਿੱਚ ਕਦੀ ਤਸੱਲੀ ਨਹੀਂ ਸੀ, ਕਦੀ ਯਕੀਨ ਨਹੀਂ ਸੀ ਕਿ ਇਸ ਤਰ੍ਹਾਂ ਮਹਾਂਪੁਰਖ ਕਰ ਸਕਦੇ ਆ। ਇੱਕ ਦਿਨ ਫਿਰ ਇਹ ਭਾਈ ਵੀਰ ਸਿੰਘ ਜਿਹੜੇ ਮਾਨ ਸੀਗੇ, ਇਹਨਾਂ ਦੇ ਖੇਤ ਇਸ ਪੁੱਛੋ ਤੋਂ 4 ਕਿਲੋਮੀਟਰ ਦੂਰ ਜਿੱਥੇ ਨਹਿਰ ਦਾ ਪਾਣੀ ਲੱਗਦਾ ਸੀ, ਉਹਦੇ ਕਿਨਾਰੇ 'ਤੇ ਸੀਗੇ। ਅਤੇ ਵੀਰ ਸਿੰਘ ਜਿਹੜੇ ਸੀਗੇ ਇਹ ਆਪਣੇ ਇੱਕ ਹੋਰ ਨੌਕਰ ਦੇ ਨਾਲ ਜਦ ਆਪਣੇ ਖੇਤਾਂ 'ਚ ਪਾਣੀ ਲਾਉਣ ਗਏ, ਉੱਥੇ ਅਚਨਚੇਤ ਪਾਣੀ ਲਾਉਂਦੇ ਨੇ ਕੀ ਦੇਖਿਆ ਕਿ ਉੱਚੇ ਇੱਕ ਟਿੱਲੇ ਝਾੜ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਖੜ੍ਹੇ ਆ। ਜਦ ਇਹਨਾਂ ਦੋਨਾਂ ਨੇ ਤੱਕਿਆ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ ਵੀ ਇੱਥੇ ਸੰਤ ਬਾਬਾ ਮਹਾ ਹਰਨਾਮ ਸਿੰਘ ਆਪਣੇ ਇੱਥੇ ਆਏ ਆ। ਅਤੇ ਜਦ ਪੂਰੀ ਗੌਰ ਦੇ ਨਾਲ ਤਸੱਲੀ ਆਪਣੀ ਕਰ ਲਈ ਕਿ ਵਾਕਿਆ ਬਾਬਾ ਮਹਾ ਹਰਨਾਮ ਸਿੰਘ ਆ, ਅਤੇ ਭਾਈ ਵੀਰ ਸਿੰਘ ਜਿਹੜਾ ਸੀਗਾ ਆਪਣੇ ਨਾਲ ਦੇ ਸਾਥੀ ਨੂੰ ਕਹਿਣ ਲੱਗਾ, ਕਹਿੰਦਾ ਵੀ ਤੂੰ ਇੱਥੇ ਰੁਕ, ਕਿਉਂਕਿ ਮੈਂ ਬਹੁਤ ਵਾਰੀ ਸੁਣਿਆ ਕਿ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਕਦੀ ਆਪਣਾ ਆਸਣ ਨਹੀਂ ਛੱਡਦੇ, ਉਹ ਟਿੱਲਾ ਨਹੀਂ ਕਦੀ ਛੱਡਦੇ, ਉੱਥੇ ਹੀ ਰਹਿੰਦੇ ਆ। ਪਰ ਅੱਜ ਆਪਣੇ ਖੇਤਾਂ ਦੇ ਕਰੀਬ ਖੜ੍ਹੇ ਆ ਅਤੇ ਤੂੰ ਇੱਥੇ ਦੇਖੀਏ, ਮੈਂ ਉੱਥੇ ਵੀ ਦੇਖਾਂ ਕਿ ਵਾਕਿਆ ਇਹ ਗੱਲ ਸੱਚ ਆ ਜਾਂ ਝੂਠ ਆ। ਇਹ ਕਹਿ ਕੇ ਭਾਈ ਵੀਰ ਸਿੰਘ ਜਿਹੜੇ ਸੀਗੇ ਉਹ ਆਪਣੀ ਇੱਕ ਬੋਤੀ ਸੀਗੀ, ਊਠਣੀ ਦੇ ਉੱਤੇ ਚੜ੍ਹੇ ਆ ਅਤੇ ਆਪਣੀ ਊਠਣੀ ਨੂੰ ਜਿਉਂ ਟਿੱਲੇ ਵੱਲ ਦੜਾਇਆ ਹੈਗਾ ਅਤੇ ਬੜੀ ਆਪਣੇ 'ਚ ਉੱਤੋਂ ਤੇਜ਼ੀ ਨਾਲ ਟਿੱਲੇ ਦੇ ਕੋਲ ਪਹੁੰਚ ਗਏ ਸੀ। ਜਦ ਟਿੱਲੇ ਦੇ ਪਾਸ ਆਏ, ਇੱਥੇ ਬੋਤੀ ਆਪਣੀ ਨੂੰ ਇੱਕ ਦਰੱਖਤ ਦੇ ਨਾਲ ਬੰਨ੍ਹਿਆ ਅਤੇ ਜਦ ਸੇਵਾਦਾਰ ਨੂੰ ਕਿਹਾ ਕਿ ਬਾਬਾ ਜੀ ਕਿੱਥੇ ਆ, ਸੇਵਾਦਾਰ ਕਹਿਣਗੇ ਮਹਾਂਪੁਰਖ ਤਾਂ ਉੱਪਰ ਉਹ ਆਪਣੇ ਆਸਣ 'ਤੇ। ਪਰ ਇਹ ਸੁਣ ਕੇ ਭਾਈ ਵੀਰ ਸਿੰਘ ਬੜੇ ਹੈਰਾਨ ਹੋਏ, ਪਰ ਆਪਣੀ ਤਸੱਲੀ ਵਾਸਤੇ ਜਦ ਉੱਪਰ ਗਏ ਅਤੇ ਜਦ ਅੰਦਰ ਬਣ ਲੱਗੇ ਤਾਂ ਮਹਾਂਪੁਰਖਾਂ ਦਾ ਘੰਗੂਰਾ ਸੁਣ ਕੇ ਦੰਗ ਰਹਿ ਗਏ। ਪਰ ਜਦ ਅੰਦਰ ਦੇਖਿਆ ਤਾਂ ਬਾਬਾ ਮਹਾ ਹਰਨਾਮ ਸਿੰਘ ਜਿਹੜੇ ਸੀਗੇ ਉਹ ਆਪਣੀ ਬੰਦਗੀ ਆਸਣ 'ਤੇ ਬੈਠੇ ਸੀਗੇ। ਅਤੇ ਇਹ ਦੇਖ ਕੇ ਭਾਈ ਵੀਰ ਸਿੰਘ ਜਿਹੜਾ ਮਨ ਵਿੱਚ ਬੜਾ ਹੈਰਾਨ ਹੋ ਗਿਆ ਕਿ ਮੈਂ ਤਾਂ ਮਹਾਂਪੁਰਖਾਂ ਨੂੰ ਉੱਥੇ ਛੱਡ ਕੇ ਆਇਆ ਹੈਗਾ, ਅਤੇ ਲੇਕਿਨ ਮਹਾਂਪੁਰਖ ਇੱਥੇ ਕਿਵੇਂ ਪਹੁੰਚ ਗਿਆ। ਜਦ ਮਨ ਦੇ ਵਿੱਚ ਇਹ ਵਿਚਾਰ ਹੀ ਅਜੇ ਸੋਚ ਰਿਹਾ ਸੀਗਾ ਕਿ ਬਾਬਾ ਮਹਾ ਹਰਨਾਮ ਸਿੰਘ ਨੇ ਆਪਣੇ ਨੇਤਰ ਖੋਲ੍ਹ ਕੇ ਉਹਦੇ ਵੱਲ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਭਾਈ ਇੰਨੀ ਤੇਜ਼ੀ ਇਸ ਊਠਣੀ ਨੂੰ ਦੌੜਾਉਣ ਦੇ ਨਾਲ ਤੈਨੂੰ ਕੀ ਲਾਭ ਹੋਇਆ ਹੈਗਾ, ਕੋਈ ਫਾਇਦਾ ਹੋਇਆ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਭਾਈ ਵੀਰ ਸਿੰਘ ਜਿਹੜੇ ਪੈਰੀਂ ਪੈ ਗਏ ਅਤੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਤੁਹਾਡੀਆਂ ਤੁਸੀਂ ਜਾਣੋ, ਪਰ ਅੱਜ ਮੈਨੂੰ ਪਤਾ ਲੱਗਾ ਕਿ ਜਿੰਨੇ ਵੀ ਮੈਂ ਕੌਤਕ ਸੁਣੇ ਆ
ਪਰ ਅੱਜ ਅੱਖੀਂ ਜਿਹੜਾ ਹੈ ਨਾ ਆਪ ਜੀ ਦੀ ਇਹ ਜਿਹੜੀ ਸਰਬ ਵਿਆਪਕਤਾ ਦੇ ਵਿੱਚ ਰਹਿਣ ਦੀ ਜੋ ਆਪ ਦੀ ਕਲਾ ਹੈਗੀ ਆ, ਅੱਜ ਮੈਂ ਦੇਖ ਕੇ ਦੰਗ ਰਹਿ ਗਿਆ ਹੈਗਾ। ਇਸ ਤਰ੍ਹਾਂ ਨਾ ਇੱਕ ਦੂਸਰੀ ਘਟਨਾ ਜਿਹੜੀ ਸੀਗੀ ਉਹ ਵੀ ਇੱਕ ਜੱਬੂਆਣਾ ਛੱਪੜ ਆ, ਜਿੱਥੇ ਬਹੁਤ ਸਾਰੇ ਜਿਹੜੇ ਲੜਕੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਪਸ਼ੂ ਚਾਰਦੇ ਹੁੰਦੇ ਸੀ, ਉੱਥੇ ਵੀ ਵਾਪਰੀ ਸੀ। ਇਹਨਾਂ ਜਿਹੜੇ ਚਾਰਨ ਵਾਲੇ ਸਾਥੀ ਹੁੰਦੇ ਸੀ, ਇਹਨਾਂ ਦੇ ਵਿੱਚ ਇੱਕ ਫੁੰਮਣ ਸਿੰਘ ਹੁੰਦਾ ਸੀਗਾ। ਇੱਥੇ ਇੱਕ ਦਿਨ ਲੜਕੇ ਜਿਹੜੇ ਸੀ ਉਹ ਛੱਪੜ ਦੇ ਕੰਢੇ ਪਸ਼ੂ ਚਾਰ ਰਹੇ ਸੀ। ਇਹਨਾਂ ਨੇ ਦੇਖਿਆ ਵੀ ਦਰਖਤ ਦੇ ਥੱਲੇ ਹਨ ਸੰਤ ਮਹਾਂਪੁਰਖ ਬਾਬਾ ਮਹਾਰ ਨਾਮ ਸੁਣੀ ਦੇ ਖੜੇ ਆ। ਜਦ ਇਹਨਾਂ ਨੇ ਦੇਖਿਆ, ਇਹ ਸਾਰੇ ਜਿਹੜੇ ਸੀ ਇੱਕ ਦੂਜੇ ਵੱਲ ਦੇਖਣ ਲੱਗ ਪਏ ਵੀ ਇੱਥੇ ਬਾਬਾ ਜੀ ਤਾਂ ਸੁਣਿਆ ਕਦੀ ਟੇਲਾ ਨਹੀਂ ਛੱਡਦੇ, ਪਰ ਇਸ ਜੰਡ ਦੇ ਥੱਲੇ ਖੜੇ ਕੀ ਕਰਦੇ ਆ। ਇਹ ਦੇਖ ਕੇ ਤੇ ਇਹਨਾਂ ਵਿੱਚੋਂ ਫੁੰਮਣ ਸਿੰਘ ਜਿਹੜਾ ਸੀਗਾ ਉਹ ਕਹਿਣ ਲੱਗਾ, ਕਹਿੰਦਾ ਵੀ ਮੈਂ ਸੁਣਿਆ ਵੀ ਮਹਾਂਪੁਰਖ ਆਸਣ ਨਹੀਂ ਛੱਡਦੇ, ਪਰ ਅੱਜ ਆਪਣੇ ਸਾਹਮਣੇ ਖੜੇ ਆ। ਤੁਸੀਂ ਇਸ ਤਰ੍ਹਾਂ ਕਰੋ ਕਿ ਮਹਾਂਪੁਰਖਾਂ ਨੂੰ ਨਾ ਕੁਛ ਟਾਈਮ ਇੱਥੇ ਰੋਕੋ ਅਤੇ ਮੈਂ ਜਾ ਕੇ ਉੱਥੇ ਟੇਲੇ 'ਤੇ ਦੇਖਣਾ ਕਿ ਬਾਕੀ ਬਾਬਾ ਮਹਾਰ ਨਾਮ ਸੁਣੀ ਉੱਥੇ ਆ ਜਾਂ ਇੱਥੇ ਆ। ਇਹ ਕਹਿ ਕੇ ਜਿਹੜਾ ਫੁੰਮਣ ਸਿੰਘ ਸੀਗਾ ਇਹ ਉਸੇ ਟਾਈਮ ਆਪਣੀ ਜਿਹੜੀ ਊਠਣੀ ਸਵਾਰੀ ਸੀ ਉਹ 'ਤੇ ਬੈਠ ਗਿਆ। ਜਦ ਉੱਥੇ ਬੈਠ ਗਿਆ ਤਾਂ ਉੱਥੇ ਟੇਲੇ ਨੂੰ ਆ ਗਿਆ। ਜਦ ਟੇਲੇ ਨੂੰ ਆ ਗਿਆ, ਇੱਧਰ ਇਹ ਨਾਲ ਦੇ ਜਿਹੜੇ ਸਾਥੀਆਂ ਨੇ ਬਾਬਾ ਜੀ ਦੇ ਵਾਸਤੇ ਜਿਹੜੀਆਂ ਝਾੜੀਆਂ ਸੀਗੀਆਂ ਸਾਫ਼ ਕਰਕੇ ਉੱਥੇ ਬਾਬਾ ਮਹਾਰ ਨਾਮ ਸੁਣ ਦਾ ਆਸਣ ਵਿਛਾਤਾ ਅਤੇ ਬਾਬਾ ਮਹਾਰ ਨਾਮ ਸੁਣੀ ਉੱਥੇ ਝਾੜੀਆਂ 'ਚ ਆਸਣ 'ਤੇ ਬੈਠ ਗਏ ਅਤੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਦੇ ਨਾਲ ਬਚਨ ਬਲਾਸ ਕਰਨ ਲੱਗ ਪਏ। ਪਰ ਇੱਧਰ ਜਿਹੜਾ ਫੁੰਮਣ ਸਿੰਘ ਜਦ ਟਿੱਲੇ 'ਤੇ ਗਿਆ, ਜਦ ਉੱਤੇ ਜਾ ਕੇ ਦੇਖਿਆ ਤਾਂ ਫਿਰ ਉਹੀ ਗੱਲ ਹੋਈ। ਦੇਖ ਕੇ ਹੈਰਾਨ ਰਹਿ ਗਏ ਵੀ ਬਾਬਾ ਜੀ ਇੱਧਰ ਵੀ ਆਸਣ 'ਤੇ ਬੈਠੇ ਆ ਅਤੇ ਉਸ ਜਗ੍ਹਾ ਵੀ ਆਸਣ 'ਤੇ ਬੈਠੇ ਆ। ਫਿਰ ਦੋ ਜਗ੍ਹਾ ਮਹਾਂਪੁਰਖ ਕਿਵੇਂ ਹੋ ਸਕਦੇ ਆ। ਪਰ ਫਿਰ ਮਨ ਦੇ ਵਿੱਚ ਵਿਚਾਰ ਇਹ ਆਈ ਕਿ ਭਾਈ ਇਹਨਾਂ ਦੀਆਂ ਤਾਂ ਇਹ ਹੀ ਜਾਣੇ ਮਹਾਂਪੁਰਖ ਸਰਬੱਗ ਹੈਗੇ ਆ। ਅਸੀਂ ਜਿਹੜੇ ਆ ਕਲਯੁਗ ਜੀ ਭੁੱਲਣਹਾਰ ਆ, ਅਸੀਂ ਮਹਾਂਪੁਰਖਾਂ ਦੀ ਪਰਖ ਕਰਦੇ ਹਾਂ। ਇਸ ਕਰਕੇ ਇਹਨਾਂ ਨੇ ਵੀ ਹੈ ਨਾ ਬਾਬਾ ਮਹਾਰ ਨਾਮ ਸੁਣਾ ਤਾਂ ਫਿਰ ਉਸ ਟਾਈਮ ਮਾਫੀ ਮੰਗੀ ਸੀ। ਇਸ ਤਰ੍ਹਾਂ ਨਾ ਇੱਕ ਭਾਈ ਸੁੱਚਾ ਸਿੰਘ ਘੋਟਣਾ ਹੋਇਆ। ਇਹ ਵੀ ਦੱਸਦਾ ਸੀਗਾ ਬਈ ਇੱਕ ਵਾਰ ਕੀ ਹੋਇਆ ਸੀਗਾ ਕਿ ਮੈਂ ਵੀ ਹੈ ਨਾ ਖੇਤਾਂ ਦੇ ਵਿੱਚ ਪਸ਼ੂ ਚਾਰਨ ਗਿਆ ਸੀਗਾ। ਉਸ ਟਾਈਮ ਮੈਂ ਵੀ ਹੈ ਨਾ ਮਹਾਂਪੁਰਖਾਂ ਨੂੰ ਆਪਣੇ ਖੇਤਾਂ ਦੇ ਨਜ਼ਦੀਕ ਖੜਾ ਦੇਖਿਆ ਸੀਗਾ। ਉਸ ਟਾਈਮ ਕਹਿੰਦੇ ਮੈਂ ਅਤੇ ਮੇਰਾ ਨੌਕਰ ਜਿਹੜੇ ਸੀ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਅਤੇ ਕਹਿੰਦੇ ਮੈਂ ਆਪਣੇ ਨੌਕਰ ਦੇ ਕੰਨ ਦੇ ਵਿੱਚ ਕਿਹਾ ਵੀ ਤੂੰ ਮਹਾਂਪੁਰਖਾਂ ਨੂੰ ਇੱਥੇ ਰੋਕ ਲਾ ਅਤੇ ਮੈਂ ਜਾ ਕੇ ਦੇਖ ਕੇ ਆਉਣਾ। ਉਹ ਵੀ ਕਹਿੰਦੇ ਸੀ ਜਦੋਂ ਮੈਂ ਉਸ ਪੁੱਛੋ ਟਿੱਲੇ ਦੇ ਉੱਤੇ ਗਿਆ ਸੀ, ਪਰ ਜਦੋਂ ਮਹਾਂਪੁਰਖਾਂ ਨੂੰ ਮੈਂ ਉੱਥੇ ਦੇਖਿਆ ਸੀਗਾ ਅਤੇ ਮੈਂ ਹੈਰਾਨ ਹੋ ਗਿਆ ਵੀ ਮਹਾਂਪੁਰਖ ਤਾਂ ਸਾਡੇ ਖੇਤਾਂ ਦੇ ਕੋਲ ਆ ਪਰ ਇੱਥੇ ਵੀ ਆ, ਇਹ ਕਿਵੇਂ ਹੋ ਸਕਦਾ। ਪਰ ਮਹਾਂਪੁਰਖ ਸਰਬੱਗ ਹੁੰਦੇ ਆ, ਪਰਮੇਸ਼ਰ ਵਾਂਗੂ ਸਰਬ ਵਿਆਪਕ ਹੁੰਦੇ ਆ। ਪਰ ਹਾਂ ਜਦੋਂ ਕਿਤੇ ਆਪਣੀ ਮੌਤ ਦੇ ਵਿੱਚ ਆਉਂਦੇ ਆ, ਕਿਤੇ ਕਿਤੇ ਆਪਣੇ ਜਿਹੜੇ ਪ੍ਰੇਮੀਆਂ ਨੂੰ ਮਹਾਂਪੁਰਖ ਜਿਹੜੇ ਉਹ ਦਰਸ਼ਨ ਵੀ ਦੇ ਦਿੰਦੇ ਆ। ਸੋ ਦਰਸ਼ਨ ਜਿਹੜੇ ਆਪਣੇ ਹੁੰਦਿਆਂ ਵੀ ਦਿੰਦੇ ਆ। ਅਤੇ ਅੱਜ ਵੀ ਜਿਹੜੇ ਮਹਾਂਪੁਰਖ ਇਸੇ ਤਰ੍ਹਾਂ ਸਰਬੱਗ ਵਾ, ਜਦ ਮੌਜ ਆਵੇ ਕੋਈ ਆਪਣੇ ਬਹੁਤ ਜਿਹੜੇ ਅਤ ਨਜ਼ਦੀਕ ਪ੍ਰੇਮੀ ਆ ਉਹਨਾਂ ਨੂੰ ਬਾਬਾ ਮਹਾਰ ਨਾਮ ਸੁਣੀ ਅੱਜ ਵੀ ਦਰਸ਼ਨ ਦਿੰਦੇ ਆ। ਇਸ ਤਰ੍ਹਾਂ ਹੈ ਇੱਕ ਵਾਰ ਮਹਾਂਪੁਰਖ ਬਾਬਾ ਮਹਾਰ ਨਾਮ ਸੁਣੀ ਜਿਹੜੇ ਸੀ ਅਕਾਲ ਪੁਰਖ ਦੀ ਚਰਨ ਕਮਲ ਦੀ ਮੌਜ ਦੇ ਵਿੱਚ ਬੈਠੇ ਸੀ। ਜਦ ਬੈਠੇ ਸੀ ਤਾਂ ਹੇਠਾਂ ਤੋਂ ਹੈ ਨਾ ਇੱਕ ਸੇਵਾਦਾਰ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗਾ ਵੀ ਹਜ਼ੂਰ ਚਿੱਠੀ ਆਈ ਆ, ਦੱਸੋ ਕੀ ਹੁਕਮ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਮਹਾਰ ਨਾਮ ਸੁਣਾ ਨੇ ਕਿਹਾ, ਕਹਿੰਦੇ ਭਾਈ ਉਹ ਚਿੱਠੀ ਦੇਣ ਵਾਲਾ ਜਿਹੜਾ ਡਾਕੀਆ ਉਹਨੂੰ ਵੀ ਉੱਤੇ ਭੇਜ ਦੇ ਅਤੇ ਤੂੰ ਵੀ ਚਿੱਠੀ ਲੈ ਕੇ ਉੱਪਰ ਆ ਜਾ। ਜਦ ਇਹ ਗੱਲ ਹੋਈ ਤਾਂ ਉਹ ਡਾਕ ਬੁਣਨ ਵਾਲੇ ਜਿਹੜਾ ਡਾਕੀਆ ਸੀ ਚਿੱਠੀ ਲੈ ਕੇ ਉੱਪਰ ਆ ਗਿਆ ਅਤੇ ਇਹ ਸੇਵਾਦਾਰ ਵੀ ਚਿੱਠੀ ਫੜ ਕੇ ਮਹਾਂਪੁਰਖਾਂ ਦੇ ਪਾਸ ਆ ਗਿਆ। ਅਤੇ ਬਾਬਾ ਜੀ ਕਹਿਣ ਲੱਗੇ ਚਲੋ ਠੀਕ ਆ, ਚਿੱਠੀ ਹੈ ਨਾ ਇਹ ਸਾਨੂੰ ਪੜ੍ਹ ਕੇ ਸੁਣਾ ਵੀ ਕਿੱਥੋਂ ਆਈ ਹੈ। ਜਦ ਇੰਨੀ ਗੱਲ ਹੋਈ ਤਾਂ ਸੇਵਾਦਾਰ ਨੇ ਜਿਹੜੀ ਸੀ ਚਿੱਠੀ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਸੇਵਾਦਾਰ ਨੇ ਦੱਸਿਆ ਵੀ ਇਹ ਜਿਹੜੀ ਚਿੱਠੀ ਹੈਗੀ ਆ ਜ਼ਿਲ੍ਹਾ ਫਿਰੋਜ਼ਪੁਰ ਜੈਤ ਤੋਂ ਆਈ ਆ ਅਤੇ ਉੱਥੇ ਦੇ ਜਿਹੜੇ ਆਪਣੇ ਸੇਵਾਦਾਰ ਮੇਨ ਭਾਈ ਸਾਹਿਬ ਭਾਈ ਜੈਲਦਾਰ ਸਿੰਘ ਉਹਨਾਂ ਨੇ ਭੇਜੀ ਆ। ਸੋ ਬਾਬਾ ਜੀ ਕਹਿਣ ਲੱਗੇ ਠੀਕ ਆ ਭਾਈ ਚਿੱਠੀ ਪੜ੍ਹ ਕੇ ਸੁਣਾਓ, ਇਹ 'ਚ ਕੀ ਲਿਖਿਆ ਹੈਗਾ। ਜਦ ਸੇਵਾਦਾਰ ਨੇ ਚਿੱਠੀ ਪੜ੍ਹੀ ਆ ਅਤੇ ਚਿੱਠੀ ਦੇ ਵਿੱਚ ਜਿਹੜਾ ਸੀਗਾ ਜੈਲਦਾਰ ਨੇ ਇਹ ਲਿਖਿਆ ਸੀਗਾ ਕਿ ਮਹਾਂਪੁਰਖੋ ਬਹੁਤ ਹੀ ਇੱਕ ਦੁੱਖ ਦੀ ਖਬਰ ਹੈਗੀ ਆ। ਉਹ ਇਹ ਹੈ ਕਿ ਜਿਹੜੀ ਸਰਕਾਰ ਹੈਗੀ ਉਹ ਆਪ ਦੇ ਉੱਤੇ ਸ਼ੱਕ ਕਰਦੀ ਆ। ਸ਼ੱਕ ਵੀ ਇਸ ਗੱਲ ਦਾ ਕਰਦੀ ਆ ਕਿ ਬਾਬਾ ਮਹਾਰ ਨਾਮ ਸੁਣਾ ਦੇ ਡੇਰੇ ਅਸਥਾਨ ਦੇ ਉੱਤੇ ਰਾਤ ਨੂੰ ਚੋਰ ਚੱਕੇ ਅਤੇ ਡਾਕੂ ਆਉਂਦੇ ਆ, ਮਹਾਂਪੁਰਖ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਆ ਅਤੇ ਇਸ ਤਰ੍ਹਾਂ ਇਹ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਲੁੱਟ ਮਾਰਾਂ ਕਰਦੇ ਆ। ਅਤੇ ਦੂਸਰਾ ਉਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਮਹਾਂਪੁਰਖਾਂ ਦੇ ਡੇਰੇ ਦੇ ਉੱਤੇ ਇੱਕ ਬੜੀ ਸ਼ਕਤੀਸ਼ਾਲੀ ਤੋਪ ਹੈਗੀ ਆ। ਇਹ ਜਿਹੜੀ ਗੱਲ ਹੈਗੀ ਇਹ ਜੈਲਦਾਰ ਸਿੰਘ ਨੇ ਇਸੇ ਚਿੱਠੀ 'ਚ ਲਿਖੀ ਸੀਗੀ। ਉਹਦੇ ਵਿੱਚ ਲਿਖਿਆ ਸੀਗਾ ਕਿ ਕਿਸੇ ਨੇ ਸਰਕਾਰ ਦੇ ਕੋਲ ਐਸੀ ਚੁਗਲੀ ਮਾਰੀ ਆ ਕਿ ਸਰਕਾਰ ਦੇ ਜਿਹੜੇ ਉੱਚ ਅਹੁਦੇ ਦੇ ਵੱਡੇ ਅਫਸਰ ਆ ਉਹਨਾਂ ਨੂੰ ਯਕੀਨ ਦਿਵਾਤਾ ਕਿ ਮਹਾਂਪੁਰਖਾਂ ਦੇ ਪਾਸ ਬਹੁਤ ਸਾਰੇ ਜਿਹੜੇ ਆ ਉਹ 2 ਨੰਬਰ ਦੇ ਆਦਮੀ ਰਹਿੰਦੇ ਆ ਅਤੇ ਇੱਕ ਬੜੀ ਸ਼ਕਤੀਸ਼ਾਲੀ ਤੋਪ ਵੀ ਜਿਹੜੀ ਆ ਉਹ ਬਾਬਾ ਜੀ ਨੇ ਆਪਣੇ ਟਿੱਲੇ ਦੇ ਉੱਤੇ ਰੱਖੀ ਹੋਈ ਆ। ਜਦ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਫਿਰ ਜੈਲਦਾਰ ਨੇ ਇਹ ਲਿਖਿਆ ਸੀਗਾ ਵੀ ਇਹ ਗੱਲ ਅੱਜ ਦੀ ਨਹੀਂ, ਇਹ ਗੱਲਾਂ ਪਹਿਲਾਂ ਵੀ ਹੁੰਦੀਆਂ ਸੀਗੀਆਂ।
ਪਰ ਉਸ ਟਾਈਮ ਇਹ ਗੱਲਾਂ ਜਿਹੜੀਆਂ ਸੀ ਛੋਟੇ ਲੈਵਲ 'ਤੇ ਸੀ, ਛੋਟੇ ਅਫਸਰਾਂ ਕੋਲ ਸੀਗੀਆਂ। ਇਸ ਕਰਕੇ ਜੈਲਦਾਰ ਨੇ ਕਿਹਾ ਸੀਗਾ ਕਿ ਮੈਂ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਕਿਉਂਕਿ ਮੈਂ ਅਫਸਰਾਂ ਦੀ ਤਸੱਲੀ ਕਰਾ ਦਿੰਦਾ ਸੀਗਾ, ਕਿਉਂਕਿ ਅਸੀਂ ਤੁਹਾਡੇ ਸੇਵਕ ਹਾਂ, ਸਾਨੂੰ ਤੁਹਾਡਾ ਪਤਾ ਹੈਗਾ ਕਿ ਤੁਸੀਂ ਕਾਰਨ ਸਮਰੱਥ ਹੋ, ਤੁਸੀਂ ਸਾਰੇ ਦੁਨੀਆ ਨੂੰ ਤਾਰਨ ਵਾਲੇ ਆ, ਪਰ ਮੇਰਾ ਫਰਜ਼ ਹੈਗਾ ਤੁਹਾਨੂੰ ਦੱਸਣਾ। ਕਿਉਂ? ਹੁਣ ਮੇਰੇ ਬੱਸੋਂ ਬਾਹਰੀ ਗੱਲ ਹੈਗੀ ਆ, ਕਿਉਂਕਿ ਗੱਲ ਜਿਹੜੀ ਹੈ ਨਾ ਉੱਪਰ ਵੱਡੇ ਅਫਸਰਾਂ ਤੱਕ ਚਲੇ ਗਈ ਆ, ਅਤੇ ਹੋ ਸਕਦਾ ਹੈ ਸਾਰੇ ਅਫਸਰ ਜਿਹੜੇ ਹੈ ਨਾ ਇਸ ਭੁੱਚੋ ਕਲਾਂ ਦਾ ਜਿਹੜਾ ਮੇਨ ਡੇਰਾ ਆਪ ਜੀ ਦਾ ਹੈਗਾ ਉਹਦੀ ਤਲਾਸ਼ੀ ਵੀ ਲੈਣ। ਇਸ ਕਰਕੇ ਮੈਂ ਆਪ ਜੀ ਦੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਆਪਣੀ ਜਿਹੜਾ ਕੋਈ ਵੀ ਕਲਾ ਵਰਤਾ ਕੇ ਇਸ ਘਟਨਾ ਨੂੰ ਟਾਲਣ ਦੀ ਕੋਸ਼ਿਸ਼ ਕਰਿਓ। ਸੋ ਜੈਲਦਾਰ ਨੇ ਲਿਖਿਆ ਸੀਗਾ ਕਿ ਇੰਨੀਆਂ ਗੱਲਾਂ ਜਿਹੜੀਆਂ ਮੈਂ ਆਪ ਵਾਸਤੇ ਸੂਚਿਤ ਕਰਦਾ ਹੈਗਾ। ਸੋ ਮੇਰੇ ਕੋਲ ਕੋਈ ਗਲਤੀ ਹੋ ਜਾਵੇ ਤਾਂ ਮੈਨੂੰ ਖਿਮਾ ਕਰ ਦੇਣੀ। ਮੈਂ ਆਪ ਜੀ ਦਾ ਸੇਵਕ ਜੈਲਦਾਰ ਸਿੰਘ, ਇਹ ਜਿਹੜਾ ਚਿੱਠੀ 'ਤੇ ਲਿਖਿਆ ਸੀਗਾ। ਜਦ ਇਹ ਸਾਰੀ ਚਿੱਠੀ ਜਿਹੜੀ ਸੀ ਉਹ ਸੇਵਾਦਾਰ ਨੇ ਬਾਬਾ ਜੀ ਨੂੰ ਸੁਣਾਈ ਅਤੇ ਮਹਾਂਪੁਰਖ ਚੁੱਪ ਕਰ ਗਏ। ਤਾਂ ਉਹੀ ਗੱਲ ਹੋਈ ਜਦ ਤੀਸਰਾ ਦਿਨ ਹੋਇਆ ਹਨ। ਤੀਸਰੇ ਦਿਨ ਜਿਹੜੀ ਸੀਗੀ ਇਹ ਸਰਕਾਰ ਨੇ ਇੱਕ ਵੱਡੀ ਮੀਟਿੰਗ ਰੱਖੀ। ਇਹ ਜਿਹੜੀ ਮੀਟਿੰਗ ਸੀਗੀ ਇਹ ਫਿਰੋਜ਼ਪੁਰ ਵਿੱਚ ਰੱਖੀ। ਇਸ ਮੀਟਿੰਗ ਦੇ ਉੱਤੇ ਹੈ ਨਾ ਬਾਬਾ ਮਹਾਂ ਨਾਮ ਸਿੰਘ ਡੇਰਾ ਜਿਹੜਾ ਭੁੱਚੋ ਕਲਾਂ ਦਾ ਸੀਗਾ ਉਹਦੇ ਉੱਤੇ ਵਿਚਾਰ ਕਰਨ ਵਾਸਤੇ ਮੀਟਿੰਗ ਸੱਦੀ ਸੀ। ਇਸ ਮੀਟਿੰਗ ਦੇ ਵਿੱਚ ਜਿਹੜੇ SP ਸ਼ਾਮਲ ਹੋਏ, ਉਸ ਤੋਂ ਬਾਅਦ ਫਿਰ SDM, ਫਿਰ DSP ਜਿਹੜੇ ਸੀਗੇ, ਅਤੇ ਇਸ ਤੋਂ ਇਲਾਵਾ ਜਿਹੜੇ ਸੀਗੇ ਜਿੰਨੇ ਵੀ ਆਲੇ ਦੁਆਲੇ ਦੇ ਜਥੇਦਾਰ ਸੀਗੇ ਉਹ ਵੀ ਸ਼ਾਮਲ ਕੀਤੇ ਗਏ, ਅਤੇ ਖਾਸ ਕਰਕੇ ਮਹਾਰਾਜਾ ਪਟਿਆਲੇ ਨੂੰ ਵੀ ਇਸ ਮੀਟਿੰਗ 'ਚ ਬੁਲਾਇਆ ਗਿਆ। ਇਹ ਜਦ ਮੀਟਿੰਗ ਜਿਹੜੀ ਸੀ ਹੋਈ ਆ, ਇਸ ਮੀਟਿੰਗ ਦੇ ਵਿੱਚ ਜਿੰਨੇ ਵੀ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਜਥੇਦਾਰ ਆਏ ਸੀ, ਜੈਲਦਾਰ ਆਏ ਸੀ, ਹੋਰ ਬੰਦੇ ਆਏ ਸੀ, ਉਹਨਾਂ ਨੇ ਬਾਬਾ ਮਹਾਨਾਮ ਸਿੰਘ ਦੀ ਬੜੀ ਉਸਤਤ ਅਤੇ ਵਡਿਆਈ ਜਿਹੜੀ ਸੀ ਮੀਟਿੰਗ 'ਚ ਕੀਤੀ। ਜਦ ਮੀਟਿੰਗ 'ਚ ਕੀਤੀ ਆ ਅਤੇ ਇੱਥੇ ਦਾ ਜਿਹੜਾ SDM ਗੋਰਾ ਸੀਗਾ ਉਹਨੇ ਸਾਰੀ ਗੱਲਬਾਤ ਸੁਣੀ ਆ। ਅਖੀਰ ਉਹਨੇ ਜਿਹੜੇ ਸੀਗੇ ਇਹ ਗੱਲ ਜਿਹੜੀ ਸੀ ਫੈਸਲੇ 'ਤੇ ਸਮੇਂ ਇਹ ਕੀਤੀ ਆ ਕਿ ਮੈਂ ਮੰਨਦਾ ਹੈਗਾ ਤੁਹਾਡੀਆਂ ਗੱਲਾਂ ਤੋਂ ਕਿ ਮਹਾਂਪੁਰਖ ਬੜੇ ਉੱਚ ਕੋਟੀ ਵਾਲੇ ਸਾਧੂ ਮਹਾਂਪੁਰਖ ਹੈਗੇ ਆ, ਪਰ ਮੈਨੂੰ ਕਿਸੇ ਨੇ ਇਹ ਪੱਕੀ ਸੂਹ ਦਿੱਤੀ ਆ ਕਿ ਮਹਾਂਪੁਰਖਾਂ ਦੇ ਡੇਰੇ ਦੇ ਉੱਤੇ ਹੈ ਨਾ ਇੱਕ ਤੋਪ ਹੈਗੀ ਆ। ਜਦ ਇਹ ਗੱਲ ਹੋਈ ਆ ਤਾਂ ਫਿਰ ਉਹ ਗੋਰਾ ਅਫਸਰ SDM ਇਹ ਕਹਿਣ ਲੱਗਾ ਸੀਗਾ ਕਿ ਇਸ ਕਰਕੇ ਮੈਨੂੰ ਡੇਰੇ ਦੀ ਤਲਾਸ਼ੀ ਕਰਨੀ ਪੈਣੀ, ਜਦ ਤੱਕ ਮੇਰੀ ਤਸੱਲੀ ਨਹੀਂ ਹੁੰਦੀ ਤਦ ਤੱਕ ਜਿਹੜੀ ਹੈ ਨਾ ਇਹ ਜੋ ਗੱਲ ਹੈਗੀ ਆ ਇਸ ਨੂੰ ਮੈਂ ਛੱਡ ਨਹੀਂ ਸਕਦਾ। ਜਦ ਇਹ ਗੱਲ ਹੋਈ ਆ ਤਾਂ ਮੀਟਿੰਗ ਜਿਹੜੀ ਸੀ ਸਾਰੀ ਬੰਦ ਹੋ ਗਈ। ਖੈਰ ਇੱਧਰੋਂ ਸੰਗਤਾਂ ਨੂੰ ਜਦ ਪਤਾ ਲੱਗਾ ਇਸ ਗੱਲ ਦਾ ਕਿ ਜਿਹੜੀ ਸਰਕਾਰ ਵਾ, ਪੁਲਿਸ ਵਾ, ਵੱਡੇ ਅਫਸਰ, ਗੋਰੇ ਅਫਸਰ ਆ, ਉਹ ਮਹਾਂਪੁਰਖਾਂ ਦੇ ਡੇਰੇ ਦੀ ਤਲਾਸ਼ੀ ਲੈਣ ਵਾਸਤੇ ਉਸ ਅਸਥਾਨ ਦੇ ਉੱਤੇ ਸਵੇਰੇ ਆ ਰਹੇ ਆ। ਜਦ ਇੰਨੀ ਗੱਲ ਹੋਈ ਸੀ ਤਾਂ ਆਲੇ ਦੁਆਲੇ ਪਿੰਡਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਸੀਗੀਆਂ, ਇਹ ਸੰਗਤਾਂ ਦੇ ਵਿੱਚ ਜਿਹੜੇ ਵੱਡੇ ਸਰਦਾਰ ਸੀਗੇ ਉਹ ਵੀ ਇਕੱਠੇ ਹੋ ਕੇ ਨਾ ਬਾਬਾ ਜੀ ਦੇ ਡੇਰੇ 'ਤੇ ਚੱਲ ਗਏ। ਰਾਤ ਨੂੰ ਬੜਾ ਭਾਰੀ ਭੀੜ ਰਸ਼ ਜਿਹੜੀ ਸੀ ਮਹਾਂਪੁਰਖਾਂ ਦੇ ਅਸਥਾਨ 'ਤੇ ਹੋ ਗਿਆ। ਜਦ ਹੋ ਗਿਆ ਸੰਗਤ ਦੇ ਵਿੱਚ ਇੰਤਾ ਵੱਡੀ, ਸਭ ਨੇ ਬਾਬਾ ਮਹਾਨਾਮ ਸਿੰਘ ਅੱਗੇ ਬੇਨਤੀ ਕੀਤੀ ਵੀ ਸਵੇਰੇ ਸਰਕਾਰ ਨੇ ਤਲਾਸ਼ੀ ਆਪਦੇ ਡੇਰੇ ਦੀ ਲੈਣੀ ਆ, ਪਰ ਸਾਨੂੰ ਦੱਸੋ ਵੀ ਸਾਨੂੰ ਕੀ ਹੁਕਮ ਆ। ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਵੀ ਤੁਸੀਂ ਕੋਈ ਚਿੰਤਾ ਨਾ ਕਰੋ, ਤੁਸੀਂ ਆਪਣੇ ਘਰਾਂ ਨੂੰ ਚਲੀ ਜਾਵੋ। ਅਗਰ ਸਰਕਾਰ ਨੇ ਸਾਡੇ ਡੇਰੇ ਦੇ ਵਿੱਚ ਪੈਰ ਪਾਇਆ ਤੇ ਭਾਈ ਫਿਰ ਕੋਈ ਵੀ ਆਦਮੀ ਜਿਹੜਾ ਸਰਕਾਰ ਦਾ ਇੱਥੋਂ ਸੁੱਕਾ ਨਹੀਂ ਜਾਊਗਾ। ਜਦੋਂ ਮਹਾਂਪੁਰਖਾਂ ਨੇ ਜਿਹੜੇ ਸੀਗੇ ਇਹ ਰੋਹ ਭਰਿਆ ਜਿਹੜਾ ਬਜ ਸੰਗਤਾਂ ਨੂੰ ਸੁਣਾਇਆ, ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਪਰ ਸੰਗਤਾਂ ਦੇ ਅੰਦਰ ਚਿੰਤਾ ਤਾਂ ਸੀਗੀ। ਇਸ ਕਰਕੇ ਮਹਾਂਪੁਰਖਾਂ ਨੇ ਕਿਹਾ ਤੁਸੀਂ ਬੇਫਿਕਰ ਹੋ ਕੇ ਹੈ ਨਾ ਆਪਾਂ ਆਪਣੇ ਘਰਾਂ ਨੂੰ ਚਲੇ ਜਾਓ। ਦੇਖੋ ਸਾਰੀਆਂ ਸੰਗਤਾਂ ਜਿਹੜੀਆਂ ਸੀ ਆਪਣੇ ਘਰਾਂ ਨੂੰ ਚਲੇ ਗਈਆਂ। ਇੱਧਰੋਂ ਸਵੇਰੇ ਤੜਕੇ ਹੀ ਜਿਹੜੀ ਗੋਰਿਆਂ ਦੀ ਗਾਰਡ ਸੀਗੀ, ਇਹਦੇ ਵਿੱਚ ਵੱਡੇ ਅਫਸਰ SP, SDM, DSP ਅਤੇ ਹੋਰ ਜਿਹੜੇ ਆਦਮੀ ਸੀਗੇ ਜਦ ਪਹੁੰਚੇ ਆ, ਪਰ ਉਹ ਜਿਹੜਾ ਗੋਰਾ SDM ਅਫਸਰ ਸੀਗਾ ਉਹਨੇ ਇਹ ਸਾਰੀ ਜਿਹੜੀ ਸੀ ਪੁਲਿਸ ਪਾਰਟੀ ਨੂੰ ਇਹ ਆਖਿਆ ਕਿ ਸਾਨੂੰ ਪਹਿਲਾਂ ਹੁਣ ਅਸੀਂ ਡੇਰੇ ਦੀ ਬਾਹਰ ਦੇ ਉੱਤੋਂ ਹੀ ਜਿਹੜੀ ਹੈਗੀ ਆ ਉਹ ਤਲਾਸ਼ੀ ਲੈਣੀ ਚਾਹੀਦੀ ਆ। ਅਗਰ ਸਾਨੂੰ ਕੋਈ ਬਾਹਰੋਂ ਚੀਜ਼ ਨਜ਼ਰ ਆਈ ਤਾਂ ਮੈਂ ਆਪ ਜੀ ਨੂੰ ਆਖ ਦਊਂਗਾ। ਜਦ ਇੰਨੀ ਗੱਲ ਹੋਈ ਤਾਂ ਉਸ SDM ਗੋਰੇ ਅਫਸਰ ਨੇ ਇੱਕ ਵੱਡੀ ਸਾਰੀ ਜਿਹੜੀ ਦੂਰਬੀਨ ਸੀਗੀ ਉਹ ਇੱਕ ਉੱਚੇ ਸਥਾਨ 'ਤੇ ਕੱਢ ਕੇ ਜਿਹੜੀ ਸੀ ਉਹ ਡੇਰੇ ਵੱਲ ਖੋਲ੍ਹੀ। ਜਦ ਡੇਰੇ ਵੱਲ ਖੋਲ੍ਹੀ ਆ ਅਤੇ ਇੱਧਰ ਬਾਬਾ ਮਹਾਨਾਮ ਸਿੰਘ ਦੇ ਨਾਲ ਕੁਛ ਪ੍ਰੇਮੀ ਜਿਹੜੇ ਸੀਗੇ ਉੱਪਰ ਟਿੱਲੇ 'ਤੇ ਬੈਠੇ ਸੀ, ਅਤੇ ਬਾਬਾ ਮਹਾਨਾਮ ਸਿੰਘ ਜਿਹੜੇ ਸੀ ਮੁਸਕਰਾ ਕੇ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਕਿ ਦੇਖੋ ਆ ਜਿਹੜਾ SDM ਹੈਗਾ ਇਹ ਆਪਣੀ ਦੂਰਬੀਨ ਲੈ ਕੇ ਇਸ ਡੇਰੇ ਦੀ ਤਲਾਸ਼ੀ ਲੈਣ ਵਾਸਤੇ ਦੇਖਣ ਲੱਗਾ ਹੈ, ਪਰ ਸਭ ਤੋਂ ਵੱਡੀ ਦੂਰਬੀਨ ਤਾਂ ਉਸ ਅਕਾਲ ਪੁਰਖ ਦੀ ਆ ਜਿਹੜੀ 24 ਘੰਟੇ ਅੱਠੇ ਪੈਰ ਹਰੇਕ ਪਾਸੇ ਨਜ਼ਰ ਰੱਖਦੀ। ਪਰ ਇੱਧਰੋਂ ਜਦ SDM ਨੇ ਜਿਹੜੀ ਸੀ ਉਹ ਦੂਰਬੀਨ ਡੇਰੇ 'ਤੇ ਘੁਮਾਈ, ਉੱਥੇ ਜਦ ਦੇਖਿਆ ਕੋਈ ਵੀ ਚੀਜ਼ ਉਹਨੂੰ ਨਜ਼ਰ ਨਹੀਂ ਆਈ ਅਤੇ ਉਹਦੇ ਮਨ ਦੇ ਵਿੱਚ ਪੂਰੀ ਤਸੱਲੀ ਹੋ ਗਈ ਕਿ ਕਿਸੇ ਚੁਗਲਖੋਰ ਨੇ ਜਿਹੜੇ ਹੈ ਚੁਗਲੀ ਕਰਕੇ ਮੇਰੇ ਕੰਨ ਭਰ ਦਿੱਤੇ। ਪਰ ਮੈਂ ਮਹਾਂਪੁਰਖਾਂ ਨੂੰ ਐਡੀ ਤਕਲੀਫ ਦਿੱਤੀ ਆ, ਆਲੇ ਦੁਆਲੇ ਪਿੰਡਾਂ ਦੀ ਜਿਹੜੀ ਸੰਗਤ ਜੁੜੀ ਆ ਬਾਬਾ ਜੀ ਦੇ ਨਾਲ ਉਹਨੂੰ ਨਹੀਂ ਤਕਲੀਫ ਦਿੱਤੀ ਆ, ਇਹ ਮੈਨੂੰ ਦੇਣੀ ਨਹੀਂ ਸੀ ਚਾਹੀਦੀ। ਕਿਸੇ ਦੀ ਝੂਠੀ ਗੱਲ 'ਤੇ ਮੈਨੂੰ ਤਸੱਲੀ ਨਹੀਂ ਸੀ ਕਰਨੀ ਚਾਹੀਦੀ। ਅਤੇ ਜਦ ਇਹ ਜਿਹੜੇ ਵਿਚਾਰ ਸੀਗੇ ਉਸ SDM ਦੇ ਹਿਰਦੇ 'ਚ ਆਏ
ਤੇ ਉਸੇ ਹਨ ਕੋਲ ਉਸ ਟਾਈਮ ਜੈਤੋ ਦਾ ਕਿ ਜੈਲਦਾਰ ਸੀਗਾ, ਉਹ ਵੀ ਕੋਲ ਜਿਹੜਾ ਸੀ ਇਸ ਗੋਰੇ ਅਫਸਰ ਦੇ ਕੋਲ ਖੜਾ ਸੀਗਾ। ਫਿਰ ਉਹਨੇ ਗੋਰੇ ਅਫਸਰ ਨੂੰ ਦੱਸਿਆ ਸੀਗਾ ਕਿ ਜਿਸ ਤੋਪ ਦੀ ਤੁਸੀਂ ਗੱਲ ਕਰਦੇ ਆ, ਅਸਲ ਦੇ ਵਿੱਚ ਬਾਬਾ ਜੀ ਜਿਸ ਕੋਠੜੀ 'ਚ ਰਹਿੰਦੇ ਆ, ਉਸ ਕੋਠੜੀ ਦੇ ਵਿੱਚ ਇੱਕ ਛੋਟੀ ਜਿਹੀ ਮੋਰੀ ਆ। ਅਤੇ ਕਹਿੰਦੇ ਜਦੋਂ ਮਹਾਂਪੁਰਖ ਜਿਹੜੇ ਅੰਦਰ ਸੰਗਤਾਂ ਨਾਲ ਬਚਨ ਕਰਦੇ ਹੁੰਦੇ ਆ, ਅਤੇ ਉਸ ਮੋਰੀ ਦੇ ਵਿੱਚੋਂ ਆਵਾਜ਼ ਆਉਂਦੀ ਆ ਅੰਦਰ ਬਚਨ ਕਰਦਿਆਂ ਦੀ। ਪਰ ਕੋਈ ਵੀ ਆਦਮੀ ਜਾਂ ਉਸ ਮੋਰੀ ਦੇ ਕੋਲੋਂ ਦੀ ਆਵਾਜ਼ ਸੁਣਦਾ ਹਨ, ਉਹ ਆਵਾਜ਼ ਉਹਨੂੰ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਤੋਪ ਦੇ ਗੋਲੇ ਚੱਲ ਰਹੇ ਹੋਣ, ਅਤੇ ਜੋ ਬਾਬਾ ਜੀ ਬਚਨ ਕਰਦੇ ਉਹ ਸੱਤ ਹੋ ਜਾਂਦਾ ਹੈਗਾ। ਇਸੇ ਕਰਕੇ ਇਸ ਮੋਰੀ ਨੂੰ ਹੀ ਬਾਬਾ ਜੀ ਦੇ ਅਸਥਾਨ ਦੇ ਵਿੱਚ ਤੋਪ ਦੱਸਦੀ ਆ ਸੰਗਤ, ਕਿ ਮਹਾਂਪੁਰਖਾਂ ਦੇ ਅਸਥਾਨ ਦੇ ਉੱਤੇ ਇੱਕ ਤੋਪ ਹੈਗੀ ਆ। ਜਦ ਇਹ ਜਿਹੜੇ ਬਚਨ ਸੀ ਇਹ ਜੈਤੋ ਦੇ ਜੈਲਦਾਰ ਨੇ ਜਿਹੜੇ ਸੀਗੇ ਉਹ SDM ਨੂੰ ਸੁਣਾਏ, ਅਤੇ SDM ਜਿਹੜਾ ਸੀ ਸੁਣ ਕੇ ਬੜਾ ਸ਼ਰਮਸਾਰ ਹੋਇਆ ਕਿ ਮੈਂ ਤਾਂ ਜਿਹੜੀ ਹਥਿਆਰ ਵਾਲੀ ਤੋਪ ਸਮਝਦਾ ਸੀਗਾ, ਪਰ ਇਹ ਤਾਂ ਇੱਕ ਮੋਰੀ ਵਾਲੀ ਜਿਹੜੀ ਗੱਲ ਵਾ ਇਸ ਜਥੇਦਾਰ ਨੇ ਸੁਣਾਈ ਆ। ਫਿਰ ਉਸ SDM ਨੇ ਜਿਹੜਾ ਸੀਗਾ ਜਥੇਦਾਰ ਨੂੰ ਕਿਹਾ ਹੈਗਾ ਕਿ ਮੈਨੂੰ ਇਸ ਗੱਲ ਦੀ ਬੜੀ ਸ਼ਰਮਿੰਦਗੀ ਆ ਕਿ ਮੈਂ ਗੱਲ ਦੀ ਬਰੀਕੀ ਸਮਝ ਨਹੀਂ ਸਕਿਆ, ਅਤੇ ਮੈਂ ਆਪਣੀ ਮੱਤ ਦੇ ਅਨੁਸਾਰ ਜਿਹੜਾ ਹੈਗਾ ਇਹ ਚੱਲਿਆ ਹੈਗਾ। ਕਹਿੰਦੇ ਚਲੋ ਇਕੱਠੇ ਹੋ ਕੇ ਚੱਲੀਏ, ਬਾਬਾ ਹਰਨਾਮ ਸੋਹਣਾ ਦੇ ਡੇਰੇ ਦੇ ਵਿੱਚ ਚੱਲੀਏ ਅਤੇ ਉਹਨਾਂ ਤੋਂ ਮਾफ़ੀ ਮੰਗੀਏ। ਇਹ ਸੋਚ ਕੇ ਸਾਰੀ ਜਿਹੜੀ ਪੁਲਿਸ ਦੇ ਵੱਡੇ ਅਫਸਰ ਸੀਗੇ ਇਹ ਬਾਬਾ ਜੀ ਦੇ ਅਸਥਾਨ 'ਤੇ ਮਾफ़ੀ ਮੰਗਣ ਵਾਸਤੇ ਜਦ ਉੱਪਰ ਆਏ, ਅਤੇ ਇਹਨਾਂ ਨੇ ਆ ਕੇ ਨਾ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਬਾਬਾ ਜੀ ਤੋਂ ਸੌਰੀ ਮੰਗੀ ਕਿ ਮਹਾਂਪੁਰਖ ਅਸੀਂ ਆਪ ਨੂੰ ਤਕਲੀਫ ਦਿੱਤੀ ਆ। ਦਰਅਸਲ ਕਿਸੇ ਚੁਗਲਖੋਰ ਨੇ ਜਿਹੜੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਚੁਗਲੀਆਂ ਜਿਹੜੀਆਂ ਉਹ ਪਹੁੰਚਾਈਆਂ ਹੈਗੀਆਂ, ਪਰ ਹੁਣ ਤੁਸੀਂ ਦੱਸੋ ਕਿ ਅਸੀਂ ਇਹ ਹੁਣ ਚੁਗਲਖੋਰ ਨੂੰ ਹੀ ਪਹਿਲਾਂ ਸਭ ਤੋਂ ਪਹਿਲਾਂ ਸਜ਼ਾ ਦੇਵਾਂਗੇ। ਜਦ ਇੰਨੀ ਗੱਲ ਹੋਈ ਸੀ ਫਿਰ ਬਾਬਾ ਹਰਨਾਮ ਸੋਹਣਾ ਨੇ ਕਿਹਾ ਸੀਗਾ ਜੋ ਹੋ ਗਿਆ ਸੋ ਹੋ ਗਿਆ, ਪਰ ਬਾਕੀ ਢਾਡੀ ਰਹੀ ਸਜ਼ਾ ਦੀ ਗੱਲ। ਸਜ਼ਾ ਤਾਂ ਬਾਬੇ ਨਾਨਕ ਦੇ ਘਰ ਦੇ ਵਿੱਚ ਉਸ ਦੁਸ਼ਟ ਨੂੰ ਹੀ ਮਿਲਦੀ ਆ ਜਿਹੜਾ ਦੁਸ਼ਟ ਗੁਰੂ ਘਰ ਨਾਲ ਮੱਥਾ ਲਾਉਂਦਾ ਹੈਗਾ। ਸੋ ਜਦੋਂ ਬਾਬਾ ਹਰਨਾਮ ਸੋਹਣਾ ਨੇ ਇਹ ਬਚਨ ਸੁਣਾਏ ਸੀ, ਫਿਰ ਜਿਹੜੇ ਅਫਸਰ ਸੀਗੇ ਸਾਰੇ ਚੁੱਪ ਕਰ ਗਏ। ਉਸ ਤੋਂ ਬਾਅਦ ਉਹ SDM ਦਾ ਜਦ ਬਾਬਾ ਹਰਨਾਮ ਸੋਹਣਾ ਦਾ ਜਿਹੜਾ ਸੀ ਕੱਚਾ ਕੋਠਾ ਜਦ ਉਹਦੀ ਪਰਿਕਰਮਾ ਕੀਤੀ, ਦੇਖਿਆ ਵਾਕਿਆ ਇੱਕ ਪਾਸੇ ਮੋਰੀ ਸੀਗੀ, ਅਤੇ ਜਦੋਂ ਜਿਹੜਾ ਸੀਗਾ SDM ਮੋਰੀ ਦੇ ਕੋਲੋਂ ਦੀ ਲੰਘਣ ਲੱਗਾ, ਅਤੇ ਇੱਧਰ ਬਾਬਾ ਜੀ ਜਿਹੜੇ ਸੀਗੇ ਉਹ ਅੰਦਰ ਜਦ ਸੰਗਤਾਂ ਦੇ ਨਾਲ ਥੋੜ੍ਹਾ ਬਚਨ ਕਰਦੇ ਸੀ, ਵਾਕਿਆ ਉਹਨੇ ਦੇਖਿਆ ਕਿ ਉਸ ਮੋਰੀ ਦੇ ਵਿੱਚੋਂ ਤੋਪ ਦੇ ਗੋਲੇ ਵਰਗੀ ਆਵਾਜ਼ ਆਈ, ਅਤੇ ਉਹ ਜਿਹੜਾ SDM ਸੀਗਾ ਬੁਰੀ ਤਰ੍ਹਾਂ ਕੰਬ ਗਿਆ। ਫਿਰ ਉਹ ਸਮਝ ਗਿਆ ਕਿ ਵਾਕਿਆ ਇਸ ਨੂੰ ਹੀ ਜਿਹੜੀ ਤੋਪ ਆਖਦੇ ਆ। ਫਿਰ SDM ਨੇ ਜਿਹੜਾ ਨਾ ਬਾਬਾ ਜੀ 'ਤੇ ਪੂਰੀ ਸ਼ਰਧਾ ਬਣਾਈ ਆ। ਫਿਰ ਉਹ SDM ਗੋਰਾ ਜਿਹੜਾ ਸੀਗਾ ਬਾਬਾ ਹਰਨਾਮ ਸੋਹਣਾ ਦੇ ਕਈ ਵਾਰ ਦਰਸ਼ਨ ਕਰਨ ਆਇਆ ਸੀਗਾ, ਇੰਨਾ ਪ੍ਰਭਾਵਿਤ ਹੋ ਗਿਆ ਸੀ ਮਹਾਂਪੁਰਖਾਂ ਤੋਂ। ਇਸ ਤੋਂ ਬਾਅਦ ਫਿਰ ਜਿਹੜੇ ਸੀਗੇ ਬਾਕੀ ਜਿਨ੍ਹਾਂ ਨੇ ਚੁਗਲੀ ਕੀਤੀ ਸੀ, ਜਦ ਉਹਨਾਂ ਨੂੰ ਵੀ ਪਤਾ ਲੱਗਾ, ਉਹ ਵੀ ਬਾਬਾ ਹਰਨਾਮ ਸੋਹਣਾ ਤੋਂ ਮਾफ़ੀ ਮੰਗਣ ਆਏ ਸੀਗੇ। ਪਰ ਬਾਬਾ ਹਰਨਾਮ ਸੋਹਣਾ ਨੇ ਕਿਹਾ ਸੀਗਾ ਕਿ ਸਾਡੀ ਤਾਂ ਤੁਹਾਡੇ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ, ਹਾਂ ਸੰਗਤ ਦੇ ਵਿੱਚ ਰੋਸ ਹੈ, ਅਗਰ ਸੰਗਤ ਤੁਹਾਨੂੰ ਮਾफ़ ਕਰ ਦੇਵੇ ਤਾਂ ਤੁਹਾਨੂੰ ਮਾफ़ੀ ਮਿਲ ਸਕਦੀ ਹੈਗੀ ਹੈ। ਜਦ ਇਹ ਵੀ ਬਚਨ ਜਿਹੜੇ ਬਾਬਾ ਜੀ ਨੇ ਕੀਤੇ ਸੀਗੇ, ਅਤੇ ਫਿਰ ਉਹ ਜਿਹੜੇ ਚੁਗਲਖੋਰ ਸੀਗੇ ਉਹ ਚੁੱਪ ਕਰ ਗਏ ਸੀਗੇ। ਇਸ ਤੋਂ ਬਾਅਦ ਦੇਖੋ ਬਾਬਾ ਹਰਨਾਮ ਸੋਹਣਾ ਦੀ ਜਿਹੜੀ ਸੀਗੀ ਇਹ ਚੜ੍ਹਦੀ ਕਲਾ ਜਿਵੇਂ ਪਹਿਲੇ ਸੀ ਉਹਦੇ ਨਾਲੋਂ ਕਈ ਗੁਣਾ ਜਿਹੜੀ ਸੀ ਉਹ ਜ਼ਿਆਦਾ ਇਲਾਕਿਆਂ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਸੋ ਇਸ ਤਰ੍ਹਾਂ ਨਾ ਇੱਕ ਸਿਵਿਆਂ ਪਿੰਡ ਦਾ ਜਿਹੜਾ ਸੀਗਾ ਨੌਜਵਾਨ ਸੀਗਾ, ਇਹ ਜਿਹੜਾ ਨੌਜਵਾਨ ਸੀਗਾ ਕਿਸੇ ਵੀ ਤਰੀਕੇ ਦੇ ਨਾਲ ਇਹ ਜਦ ਇੰਗਲੈਂਡ ਗਿਆ, ਇੰਗਲੈਂਡ ਜਾ ਕੇ ਇਹਨੇ ਆਪਣਾ ਕਾਰੋਬਾਰ ਖੋਲ੍ਹਿਆ, ਉੱਥੇ ਕੰਮ ਸਿੱਖਿਆ, ਆਪਣਾ ਘਰ ਛੋਟਾ ਜਿਹਾ ਬਣਾਇਆ, ਕਮਰਾ ਬਣਾਇਆ। ਉੱਥੇ ਹੀ ਇਸ ਸਿਵਿਆਂ ਦੇ ਨੌਜਵਾਨ ਦੀ ਜਿਹੜੀ ਗੱਲਬਾਤ ਸੀ ਕਿਸੇ ਗੋਰੀ ਮੇਮ ਦੇ ਨਾਲ ਹੋ ਗਈ। ਜਦ ਕਿਸੇ ਗੋਰੀ ਬੀਬੀ ਦੇ ਨਾਲ ਇਹਦੀ ਗੱਲਬਾਤ ਹੋਈ, ਇਸ ਗੱਲਬਾਤ ਤੋਂ ਬਾਅਦ ਦੋਨਾਂ ਨੇ ਆਪਸ ਵਿੱਚ ਸ਼ਾਦੀ ਬਣਾ ਲਈ। ਜਦ ਸ਼ਾਦੀ ਹੋ ਗਈ ਕਾਫੀ ਦੇਰ ਤੋਂ ਬਾਅਦ ਇਹ ਜਿਹੜਾ ਨੌਜਵਾਨ ਲੜਕਾ ਸੀਗਾ ਇਹ ਗੋਰੀ ਬੀਬੀ ਨੂੰ ਮੇਮ ਨੂੰ ਨਾਲ ਲੈ ਕੇ ਆਪਣੀ ਪਤਨੀ ਨੂੰ ਆਪਣੇ ਪਿੰਡ ਸਿਵਿਆਂ ਪਹੁੰਚਿਆ। ਜਦ ਘਰ ਆਇਆ ਤਾਂ ਘਰਦਿਆਂ ਨੇ ਬੜੀ ਖੁਸ਼ੀ ਮਨਾਈ, ਕਈ ਦਿਨ ਤਾਂ ਜਿਹੜੀ ਸੀ ਘਰਦਿਆਂ ਨੇ ਬੜੀ ਸੇਵਾ ਕੀਤੀ। ਪਰ ਕੁਛ ਚਿਰਾਂ ਬਾਅਦ ਇਸ ਗੋਰੀ ਦਾ ਜਿਹੜਾ ਰਹਿਣੀ ਬਹਿਣੀ ਜਾਂ ਗੱਲਬਾਤ ਦਾ ਜੋ ਬੋਲਣ ਦਾ ਢੰਗ ਤਰੀਕਾ ਸੀਗਾ ਇਹ ਦੇਖ ਕੇ ਆਲੇ ਦੁਆਲੇ ਜਿਹੜੇ ਗੁਆਂਢੀ ਸੀ ਮਨ ਬੜੇ ਸਣ ਲੱਗੇ। ਤਾਂ ਉਹਨਾਂ ਨੇ ਕੀ ਕੀਤਾ, ਇਸ ਪਰਿਵਾਰ ਦੀ ਜਿਸ ਪਰਿਵਾਰ 'ਚ ਗੋਰੀ ਵਿਆਹ ਕੇ ਆਈ ਸੀ ਇਸ ਪਰਿਵਾਰ ਦੇ ਨਾਲ ਬੋਲ ਚਾਲ ਬੰਦ ਕਰਤੀ। ਜਦ ਬੰਦ ਕਰਤੀ ਇਸ ਗੱਲ ਦੀ ਜਿਹੜੀ ਭਿਣਕ ਸੀਗੀ ਇਸ ਗੋਰੀ ਦੇ ਸਹੁਰੇ ਪਰਿਵਾਰ ਨੂੰ ਵੀ ਲੱਗੀ। ਉਹਨਾਂ ਨੇ ਫਿਰ ਇੱਕ ਦਿਨ ਜਿਹੜਾ ਸੀ ਆਪਣੇ ਲੜਕੇ ਨੂੰ ਇਹ ਗੱਲ ਆਖ ਦਿੱਤੀ ਕਿ ਜਦੋਂ ਦੀ ਗੋਰੀ ਸਾਡੇ ਪਾਸ ਆਈ ਆ ਇਹਦਾ ਰਹਿਣ ਸਹਿਣ ਅਤੇ ਖਾਣ ਪੀਣ ਦੇਖ ਕੇ ਆਲੇ ਦੁਆਲੇ ਦੇ ਜਿਹੜੇ ਗੁਆਂਢੀ ਹੈਗੇ ਆ ਉਹ ਦੇਖ ਕੇ ਪੂਰੀ ਤਰ੍ਹਾਂ ਜਿਹੜੇ ਆ ਸਾਡੇ ਤੋਂ ਦੂਰ ਹੋ ਗਏ, ਸਾਡੇ ਨਾਲ ਉਹਨਾਂ ਨੇ ਬੋਲ ਚਾਲ ਬੰਦ ਕਰ ਦਿੱਤੀ ਆ। ਤਾਂ ਸਾਡਾ ਇਹ ਵਿਚਾਰ ਹੈਗਾ ਕਿ ਤੂੰ ਗੋਰੀ ਨੂੰ ਹੁਣ ਵਾਪਸ ਇੰਗਲੈਂਡ ਲੈ ਜਾ, ਉੱਥੇ ਜਾ ਕੇ ਛੱਡਿਆ, ਜਾਂ ਤੂੰ ਕੁਛ ਚਿਰ ਸਾਡੇ ਪਾਸ ਰਹਿ ਅਤੇ ਗੋਰੀ ਨੂੰ ਇਹ ਕਹਦੇ ਵੀ ਤੂੰ ਇੰਗਲੈਂਡ ਚਲੀ ਜਾ। ਇਹ ਜਿਹੜੀ ਸੀ ਜਦ ਲੜਕੇ ਨੂੰ ਸਾਰੀ ਗੱਲਬਾਤ ਉਹਦੇ ਘਰਦਿਆਂ ਨੇ ਦੱਸੀ ਸੀ, ਫਿਰ ਲੜਕੇ ਦੇ ਮਨ 'ਚ ਆਈ ਵੀ ਜੇ ਤਾਂ ਮੈਂ ਗੋਰੀ ਨੂੰ ਯਕਦਮ ਵਾਪਸ ਭੇਜ ਦਿੱਤਾ ਅਤੇ ਫਿਰ ਕੋਈ ਕਹਾਣੀ ਨਾ ਵਿਗੜ ਜਾਵੇ। ਇਹ ਸੋਚ ਕੇ ਨਾ ਉਸ ਲੜਕੇ ਨੇ ਰਾਤ ਨੂੰ ਵਿਚਾਰ ਕਰਕੇ ਅਤੇ ਗੋਰੀ ਨੂੰ ਇੱਕ ਬਠਿੰਡੇ ਦੇ ਵਿੱਚ ਘਰ ਜਿਹੜਾ ਕਿਰਾਏ 'ਤੇ ਲਿਆ ਉੱਥੇ ਲੈ ਗਿਆ ਅਤੇ ਉੱਥੇ ਗੋਰੀ ਨੂੰ ਰੱਖ ਲਿਆ।
ਜਾਂ ਰੱਖ ਲਿਆ। ਤੇ ਉਸੇ ਲੜਕੇ ਨੇ ਹੈ ਨਾ ਮੌਕਾ ਦੇਖ ਕੇ ਗੋਰੀ ਦੇ ਨਾਲ ਜਿਹੜੀ ਸੀ ਇਹ ਸਾਰੀ ਗੱਲਬਾਤ ਸਾਂਝੀ ਕਰ ਲਈ ਕਿ ਜਦੋਂ ਤੋਂ ਤੂੰ ਆਈ ਆ ਆਲੇ ਦੁਆਲੇ ਦੇ ਜਿਹੜੇ ਗੁਆਂਢੀ ਹਨ ਸਾਡੇ ਘਰ ਦੇ ਨਾਲ ਇਸ ਤਰ੍ਹਾਂ ਬੋਲਣਾ ਜਿਹੜਾ ਉਹ ਬੰਦ ਕਰ ਗਿਆ, ਕਿਉਂਕਿ ਤੇਰੀ ਰਹਿਣੀ ਬਹਿਣੀ ਅਤੇ ਖਾਣ ਪੀਣ ਦਾ ਤੌਰ ਤਰੀਕਾ ਦੇਖ ਕੇ ਹੈ ਨਾ ਇਹ ਜਿਹੜੇ ਲੋਕ ਹੈਗੇ ਇਹ ਸਮਝਦੇ ਆ ਕਿ ਇਸ ਤਰ੍ਹਾਂ ਜਿਹੜੇ ਇਹਦਾ ਰਹਿਣੀ ਬਹਿਣੀ ਅਤੇ ਖਾਣ ਪੀਣ ਦਾ ਢੰਗ ਹੈਗਾ ਉਹ ਸਾਡੇ ਨਾਲ ਮਿਲਦਾ ਨਹੀਂ। ਸਾਡੇ ਵੀ ਘਰ ਬਹੂ ਬੇਟੀਆਂ ਹੈਗੀਆਂ, ਇਸ ਕਰਕੇ ਇਹ ਗੋਰੀ ਜਿਹੜੀ ਆ ਇੱਥੇ ਰਹਿਣ ਦੇ ਕਾਬਲ ਨਹੀਂ ਆ। ਅਤੇ ਇਸ ਕਰਕੇ ਉਹ ਲੜਕੇ ਨੇ ਫਿਰ ਗੋਰੀ ਨੂੰ ਆਖਿਆ ਸੀਗਾ ਵੀ ਚੰਗਾ ਹੈਗਾ ਤੂੰ ਇੰਗਲੈਂਡ ਚਲੇ ਜਾ ਆਪਣੇ ਉਸੇ ਘਰ ਦੇ ਵਿੱਚ, ਫਿਰ ਮੈਂ ਸਮਾਂ ਪਾ ਕੇ ਵਾਪਸ ਆ ਜਾਊਂਗਾ ਅਤੇ ਫਿਰ ਤੈਨੂੰ ਕਿਸੇ ਗੱਲ ਦੀ ਕੋਈ ਤੰਗੀ ਨਹੀਂ ਹੋਊਗੀ। ਪਰ ਜਦ ਇਹ ਗੱਲ ਹੋਈ ਸੀ ਤਾਂ ਉਹ ਗੋਰੀ ਜਿਹੜੀ ਸੀ ਉਸ ਲੜਕੇ ਨਾਲ ਨਾਰਾਜ਼ ਹੋ ਗਈ। ਜਦ ਗੁੱਸੇ ਹੋ ਗਏ ਨਾਰਾਜ਼ ਹੋ ਗਏ ਅਤੇ ਫਿਰ ਉਹ ਜਿਹੜਾ ਲੜਕਾ ਸੀਗਾ ਉਹਨੂੰ ਕਹਿਣ ਲੱਗੀ ਮੈਂ ਇਹਦੇ ਬਾਰੇ ਸੋਚੂੰਗੀ ਮੈਂ ਕੀ ਕਰਨਾ ਹੈਗਾ। ਪਰ ਉਹਦੇ ਲੜਕੇ ਦੇ ਮਨ ਦੇ ਵਿੱਚ ਇਹ ਜਿਹੜੀ ਸੀਗੀ ਗੱਲ ਸ਼ੱਕ ਦੀ ਨਜ਼ਰ 'ਚ ਆ ਗਈ ਵੀ ਇਹ ਜਿਹੜੀ ਗੋਰੀ ਹੈਗੀ ਆ ਲੱਗਦਾ ਅਗਰ ਇਹਨੇ ਪੁਲਿਸ ਰਿਪੋਰਟ ਕਰ ਦਿੱਤੀ, ਇਸ ਪੁਲਿਸ ਰਿਪੋਰਟ ਦੇ ਵਿੱਚ ਹੋ ਸਕਦਾ ਹੈ ਸਾਡੇ ਸਾਰੇ ਘਰ ਦੇ ਅਤੇ ਵਿੱਚ ਹੀ ਮੈਂ ਸਾਰੇ ਜੇਲ੍ਹ ਦੇ ਵਿੱਚ ਚਲੇ ਜਾਵਾਂਗੇ। ਇਹ ਸੋਚ ਕੇ ਜਿਹੜਾ ਲੜਕਾ ਸੀਗਾ ਉਹ ਘਰ ਆ ਗਿਆ। ਜਦ ਘਰ ਆ ਗਿਆ ਜੋ ਉਹਨੇ ਸੋਚਿਆ ਸੀਗਾ ਉਹੀ ਹੋਇਆ। ਇਹ ਜਿਹੜੀ ਗੋਰੀ ਸੀ ਇਹਨੇ ਉੱਥੇ ਫਿਰੋਜ਼ਪੁਰ ਦਾ ਕਿ DC ਗੋਰਾ ਸੀਗਾ ਉਹਦੇ ਪਾਸ ਜਾ ਕੇ ਆਪਣੇ ਘਰ ਵਾਲੇ ਦੀ ਸ਼ਿਕਾਇਤ ਕਰ ਦਿੱਤੀ। ਜਦ ਸ਼ਿਕਾਇਤ ਕਰ ਦਿੱਤੀ ਅਤੇ ਉਸ DC ਗੋਰੇ ਨੇ ਇਸ ਗੋਰੀ ਦੀ ਸਾਰੀ ਗੱਲਬਾਤ ਸੁਣੀ ਆ ਅਤੇ ਉਹਨੇ ਇਸ ਲੜਕੇ ਨੂੰ ਫੜਨ ਵਾਸਤੇ ਹੈ ਨਾ ਪੁਲਿਸ ਜਿਹੜੀ ਸੀਗੀ ਇਹਦੇ ਪਿੰਡ ਸਿਵਿਆਂ ਭੇਜ ਦਿੱਤੀ। ਜਦ ਪੁਲਿਸ ਆਈ ਆ ਇੱਧਰ ਘਰਦਿਆਂ ਨੂੰ ਵੀ ਪਤਾ ਲੱਗਾ ਅਤੇ ਜਿਹੜੇ ਘਰ ਦੇ ਸੀਗੇ ਉਹ ਘਰੋਂ ਬਾਹਰ ਹੋ ਗਏ ਅਤੇ ਇਹ ਜਿਹੜਾ ਲੜਕਾ ਸੀਗਾ ਭੱਜ ਕੇ ਦੂਸਰੀ ਜਗ੍ਹਾ ਲੁੱਕ ਗਿਆ। ਕੋਈ ਵੀ ਆਦਮੀ ਪੁਲਿਸ ਦੇ ਹੱਥ ਨਹੀਂ ਆਇਆ। ਪਰ ਇਸ ਲੜਕੇ ਨੇ ਦੇਖ ਲਿਆ ਵੀ ਗੱਲ ਵਿਗੜ ਗਈ, ਹੁਣ ਕੀ ਕੀਤਾ ਜਾਵੇ, ਕਿਉਂਕਿ ਗੋਰਿਆਂ ਦਾ ਰਾਜ ਹੈਗਾ, ਗੋਰੇ ਅਫਸਰ ਇਹ ਵੀ ਗੋਰੀ ਆ ਅਤੇ ਸੁਣਵਾਈ ਵੀ ਗੋਰਿਆਂ ਦੀ ਹੋਏਗੀ, ਸਾਨੂੰ ਕੌਣ ਪੁੱਛੂਗਾ। ਗੱਲ ਤਾਂ ਐਡੀ ਕੋਈ ਖਾਸ ਨਹੀਂ ਆ, ਪਰ ਫਿਰ ਵੀ ਇਹ ਜਿਹੜੀ ਗੱਲ ਵਾ ਇਹ ਵਧਾ ਚੜਾ ਕੇ ਬਹੁਤ ਪੇਸ਼ ਕਰ ਦਿੱਤੀ ਹੈ। ਸੋ ਜਿਹੜਾ ਉਹ ਮਾਣਕੋਂ ਦਾ ਨੌਜਵਾਨ ਸੀਗਾ ਉਹ ਕਿਸੇ ਦੇ ਨਾਲ ਜਿਹੜਾ ਸੀਗਾ ਘਰ ਸੁੱਤਾ। ਉਹਨਾਂ ਨੇ ਦੱਸਿਆ ਵੀ ਅਗਰ ਤੂੰ ਬਚਣਾ ਹੈਗਾ ਅਤੇ ਤੂੰ ਹੁਣ ਬਾਬਾ ਮਾਹਰ ਨਾਮ ਸੋਹਣਾ ਦੇ ਜਿਹੜੇ ਹੈ ਨਾ ਡੇਰੇ ਭੁੱਚੋ ਉੱਥੇ ਚਲਾ ਜਾ, ਉੱਥੇ ਬਾਬਾ ਮਾਹਰ ਨਾਮ ਸੋਹਣਾ ਦੇ ਨਾਲ ਆਪਣੀ ਗੱਲ ਸਾਂਝੀ ਕਰ ਅਤੇ ਬਾਬਾ ਮਾਹਰ ਨਾਮ ਸੋਹਣ ਜਿਹੜੀ ਹੈ ਜ਼ਰੂਰ ਤੇਰੀ ਬਾਂਹ ਫੜਨਗੇ। ਜਦ ਇਹ ਗੱਲ ਹੋਈ ਸੀ ਉਹ ਜਿਹੜਾ ਲੜਕਾ ਨੌਜਵਾਨ ਇੰਗਲੈਂਡ ਤੋਂ ਆਇਆ ਸੀਗਾ ਉਹ ਟਿੱਲੇ ਚਲੇ ਗਿਆ ਮਹਾਂਪੁਰਖਾਂ ਦੇ ਪਾਸ। ਉੱਥੇ ਜਾ ਕੇ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਜਦ ਮੱਥਾ ਟੇਕ ਕੇ ਬੈਠਾ ਬਾਬਾ ਮਾਹਰ ਨਾਮ ਸੋਹਣਾ ਨੇ ਆਪਣੇ ਸੁਭਾਅ ਦੇ ਅਨੁਸਾਰ ਉਹਦਾ ਨਾਮ ਗੋਤ ਪੁੱਛਿਆ। ਜਦ ਪੁੱਛਿਆ ਤਾਂ ਪੁੱਛਿਆ ਵੀ ਕਿਵੇਂ ਆਇਆ। ਫਿਰ ਉਸ ਲੜਕੇ ਨੇ ਜਿਹੜੀ ਸਾਰੀ ਕਹਾਣੀ ਸੀਗੀ ਆਪਣੇ ਘਰ ਦੀ ਬਾਬਾ ਮਾਹਰ ਨਾਮ ਸੋਹਣਾ ਨਾਲ ਸਾਂਝੀ ਕਰ ਦਿੱਤੀ। ਜਦ ਸਾਂਝੀ ਕੀਤੀ ਤਾਂ ਬਾਬਾ ਜੀ ਜਿਹੜੇ ਸੀ ਸੁਣਦੇ ਰਹੇ। ਸੁਣਨ ਤੋਂ ਬਾਅਦ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰ, ਹੁਣ ਤੂੰ ਚਲਿਆ ਜਾ ਕੇ ਆਪਣੀ ਮੇਮ ਨੂੰ ਹੈ ਨਾ ਲੈ ਕੇ ਅੱਜ ਨਹੀਂ ਪਰਸੋਂ ਸਾਡੇ ਪਾਸ ਆਈ। ਜਦ 2 ਦਿਨ ਦਾ ਟਾਈਮ ਬਾਬਾ ਮਾਹਰ ਨਾਮ ਸੋਹਣਾ ਦਿੱਤਾ, ਉਹ ਲੜਕਾ ਕਹਿਣ ਲੱਗਾ ਵੀ ਉਹ ਜਿਹੜੀ ਬੀਬੀ ਹੈ ਉਹ ਤਾਂ ਬਠਿੰਡੇ ਹੈਗੀ ਆ, ਮੈਂ ਉਸ ਦੇ ਪਾਸ ਕਿਵੇਂ ਜਾਵਾਂਗਾ, ਮੈਨੂੰ ਤਾਂ ਪੁਲਿਸ ਲੱਭਦੀ ਫਿਰਦੀ ਹੈਗੀ ਆ। ਅਗਰ ਮੈਂ ਗੋਰੀ ਦੇ ਪਾਸ ਗਿਆ ਅਤੇ ਗੋਰੀ ਹੋ ਸਕਦਾ ਹੈਗਾ ਕਿ ਮੈਨੂੰ ਪੁਲਿਸ ਦੇ ਹਵਾਲੇ ਕਰ ਦੇਵੇ। ਜਦ ਇੰਨੀ ਗੱਲ ਹੋਈ ਸੀ ਫਿਰ ਬਾਬਾ ਮਾਹਰ ਨਾਮ ਸੁਣ ਕਹਿੰਦੇ ਭਾਈ ਤੂੰ ਜਾ, ਗੋਰੀ ਤੈਨੂੰ ਕੁਛ ਨਹੀਂ ਕਹੂਗੀ, ਉਹ ਤੇਰੇ ਨਾਲ ਹੀ ਸਾਡੇ ਪਾਸ ਆ ਜਾਊਗੀ। ਜਦ ਇੰਨੀ ਗੱਲ ਹੋਈ ਉਹ ਲੜਕਾ ਇੰਗਲੈਂਡ ਤੋਂ ਆਇਆ ਬੜਾ ਹੈਰਾਨ ਹੋਇਆ। ਪਰ ਮਹਾਂਪੁਰਖਾਂ ਦਾ ਬਚਨ ਮੰਨ ਕੇ ਜਦ ਬਠਿੰਡੇ ਗਿਆ, ਬਠਿੰਡੇ ਜਾ ਕੇ ਜਿੱਥੇ ਗੋਰੀ ਕਿਰਾਏ ਘਰ 'ਚ ਰਹਿੰਦੀ ਸੀ ਜਦ ਉੱਥੇ ਪਹੁੰਚਿਆ ਅਤੇ ਗੋਰੀ ਨੇ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕੀਤਾ ਇਸ ਲੜਕੇ ਨਾਲ, ਸਗੋਂ ਉਸਨੇ ਇਸ ਤਰ੍ਹਾਂ ਇਹਦੇ ਨਾਲ ਵਿਵਹਾਰ ਕੀਤਾ ਵੀ ਜਿਵੇਂ ਕੋਈ ਗੱਲ ਹੋਈ ਨਹੀਂ ਹੋਵੇ। ਇਹ ਦੇਖ ਕੇ ਉਹ ਜਿਹੜਾ ਇੰਗਲੈਂਡ ਵਾਲਾ ਲੜਕਾ ਸੀ ਉਹਦਾ ਘਰ ਵਾਲਾ ਪਤੀ ਬੜਾ ਹੈਰਾਨ ਹੋਇਆ। ਪਰ ਉਹ ਜਿਹੜਾ ਗੋਰੀ ਨੂੰ ਲੈ ਕੇ ਜਦ ਦੁਬਾਰਾ ਆਪਣੇ ਪਿੰਡ ਪਹੁੰਚਿਆ ਅਤੇ ਇੱਥੇ ਦੇ ਕੁਛ ਆਪਣੇ ਰਿਸ਼ਤੇਦਾਰ ਨਾਲ ਲੈ ਅਤੇ ਫਿਰ 30 ਦਿਨ ਮਹਾਂਪੁਰਖਾਂ ਦੇ ਕਹੇ ਦੇ ਉੱਤੇ ਫਿਰ ਟਿੱਲੇ ਅਸਥਾਨ 'ਤੇ ਆ ਗਏ। ਜਦ ਅਸਥਾਨ 'ਤੇ ਆ ਗਏ ਇੱਥੇ ਸਾਰਿਆਂ ਨੇ ਬਾਬਾ ਮਾਹਰ ਨਾਮ ਸੋਹਣਾ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕ ਕੇ ਬੈਠ ਗਏ। ਉਹ ਗੋਰੀ ਨੇ ਵੀ ਬਾਬਾ ਮਾਹਰ ਨਾਮ ਸੋਹਣਾ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਉਹ ਵੀ ਜਿਹੜੀ ਸੀ ਨਾਲ ਬੈਠ ਗਈ। ਜਦ ਇੱਕ ਪਾਸੇ ਬੈਠ ਗਈ ਫਿਰ ਬਾਬਾ ਮਾਹਰ ਨਾਮ ਸੋਹਣਾ ਸਾਰੀ ਸੰਗਤ ਵੱਲ ਤੱਕਿਆ ਅਤੇ ਉਹ ਲੜਕਾ ਇੰਗਲੈਂਡ ਵਾਲਾ ਅਤੇ ਉਹਦੀ ਘਰ ਵਾਲੀ ਉਹ ਮੇਮ ਗੋਰੀ ਬੀਬੀ ਇਹਨਾਂ ਦੋਹਾਂ ਨੂੰ ਕਿਹਾ ਵੀ ਤੁਸੀਂ ਖੜ੍ਹੇ ਹੋ ਜਾਓ। ਇਹ ਦੋਨੇ ਹੱਥ ਜੋੜ ਕੇ ਖੜ੍ਹ ਗਏ। ਬਾਬਾ ਮਾਹਰ ਨਾਮ ਸੋਹਣਾ ਆਪਣੇ ਆਸਣ ਦੇ ਥੱਲੇ ਉਹਨੇ ਹੱਥ ਪਾਇਆ ਅਤੇ ਹੱਥ ਪਾ ਕੇ ਥੱਲਿਓਂ ਹੈ ਨਾ ਕੁਛ ਸਰਕਾਰੀ ਕਾਗਜ਼ ਕੱਢੇ ਅਤੇ ਉਸ ਮੇਮ ਗੋਰੀ ਦੇ ਹੱਥ 'ਤੇ ਰੱਖ ਦਿੱਤੇ। ਜਦ ਹੱਥ 'ਤੇ ਰੱਖ ਦਿੱਤੇ, ਜਦ ਉਸ ਮੇਮ ਗੋਰੀ ਨੂੰ ਸਰਕਾਰੀ ਕਾਗਜ਼ ਵੱਲ ਨਿਗਾਹ ਮਾਰੀ ਉਹ ਹੱਕੀ ਬੱਕੀ ਹੋ ਗਈ, ਕਿਉਂਕਿ ਇਹ ਜਿਹੜੇ ਸਰਕਾਰੀ ਕਾਗਜ਼ ਸੀਗੇ ਇਹ ਬ੍ਰਿਟਿਸ਼ ਗੌਰਮੈਂਟ ਵੱਲੋਂ ਜਿਹੜੇ ਸੀ ਉਹ ਮਨਜ਼ੂਰਸ਼ੁਦਾ ਹੋ ਕੇ ਉਹ ਆਏ ਸੀਗੇ। ਜਦ ਇੰਨੀ ਗੱਲ ਹੋਈ ਤਾਂ ਉਹ ਗੋਰੀ ਜਿਹੜੀ ਸੀ ਉਹ ਪੁੱਛਣ ਲੱਗੀ ਕਿ ਮਹਾਂਪੁਰਖੋ ਇਹ ਕਾਗਜ਼ ਆਪ ਜੀ ਦੇ ਪਾਸ ਕਿੱਥੋਂ ਆਇਆ, ਕਿਉਂਕਿ ਸਾਰੇ ਕਾਗਜ਼ ਜਿਹੜੇ ਹੈ ਉਹ ਇੰਗਲੈਂਡ ਦੇ ਜਿਹੜੇ ਹੈ ਉਹ ਬਣ ਕੇ ਤਿਆਰ ਹੋ ਕੇ ਆਏ ਆ, ਇਹ ਕਿਵੇਂ ਆ। ਫਿਰ ਬਾਬਾ ਜੀ ਨੇ ਦੱਸਿਆ ਸੀਗਾ, ਕਹਿੰਦੇ ਬੀਬਾ ਗੱਲ ਇੰਨੀ ਆ ਕਿ ਸਾਨੂੰ ਤੁਹਾਡੇ ਵਾਸਤੇ
ਇੰਗਲੈਂਡ ਜਾਣਾ ਪਿਆ ਹੈਗਾ। ਅਤੇ ਉੱਥੇ ਸਾਨੂੰ ਇੱਕ ਵੱਡੇ ਅਫਸਰ ਦੇ ਰੂਪ ਦੇ ਵਿੱਚ ਇਹ ਸਾਰੇ ਜਿੰਨੇ ਵੀ ਸਰਕਾਰੀ ਕਾਗਜ਼ ਹੈ ਉਹ ਤਿਆਰ ਕਰਨੇ ਪਏ ਆ। ਪਰ ਅੱਗੋਂ ਤੋਂ ਤੁਸੀਂ ਦੋਨਾਂ ਨੇ ਕਦੀ ਲੜਾਈ ਨਹੀਂ ਕਰਨੀ, ਜੋ ਵੀ ਕੰਮ ਕਰਨਾ ਨਾ ਸਹਿਮਤੀ ਦੇ ਨਾਲ ਕਰਨਾ ਹੈਗਾ। ਜਦ ਇਸ ਤਰ੍ਹਾਂ ਦੇ ਬਚਨ ਉਪਦੇਸ਼ ਬਾਬਾ ਮਾਰ ਨਾਮ ਸੁਣਾ ਦਿੱਤੇ, ਫਿਰ ਗੋਰੀ ਜਿਹੜੀ ਸੀ ਬਾਬਾ ਜੀ ਦੇ ਪੈਰੀਂ ਪੈ ਕੇ ਰੋਣ ਲੱਗ ਪਈ। ਅਤੇ ਬਾਬਾ ਮਾਰ ਨਾਮ ਸੁਣਨ ਉਸ ਗੋਰੀ ਨਿੱਧੇ ਨੇ ਇਹ ਗੱਲ ਕਹੀ ਸੀ ਕਿ ਅਗਰ ਤੁਹਾਡੇ ਵਿੱਚ ਇੰਨੀ ਸ਼ਕਤੀ, ਇੰਨੀ ਸਮਰੱਥਾ ਹੈਗੀ ਆ ਕਿ ਤੁਸੀਂ ਇੱਥੇ ਬੈਠੇ ਹੀ ਇੰਗਲੈਂਡ ਜਾ ਕੇ ਉੱਥੇ ਦੇ ਸਰਕਾਰੀ ਕਾਗਜ਼ ਬਣਾ ਕੇ ਇੱਕ ਛਿਣ ਦੇ ਵਿੱਚ ਵਾਪਸ ਆ ਸਕਦੇ ਆ, ਤਾਂ ਫਿਰ ਧੰਨ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵਿੱਚ ਕਿੰਨੀ ਸ਼ਕਤੀ ਹੋਵੇਗੀ। ਇਹ ਤਾਂ ਕਰਕੇ ਗੋਰੀ ਜਿਹੜੀ ਸੀ ਉਹ ਫਿਰ ਮਹਾਂਪੁਰਖਾਂ ਦੀ ਸ਼ਰਧਾਲੂ ਹੋ ਗਈ ਸੀ। ਉਹ ਦੱਸਦੇ ਆ ਕਿ ਉਹ ਜਿਹੜੀ ਗੋਰੀ ਬੀਬੀ ਸੀ ਹਰੇਕ ਸਾਲ ਆਉਂਦੀ ਸੀ ਇਸ ਟਿੱਲੇ ਉੱਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ, ਅਤੇ ਇੱਥੋਂ ਦਰਸ਼ਨ ਕਰਕੇ ਜਿਹੜੀ ਸੀ ਉਹ ਵਾਪਸ ਇੰਗਲੈਂਡ ਚਲੀ ਜਾਂਦੀ ਸੀ। ਸੋ ਦਾਸ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।